हर अपडेट्स देखने के लिए हमारा यूट्यूब चैनल सब्सक्राइब करें, साथ ही बेल आइकन को ज़रूर दबाएं ताकि हमारी हर अपडेट्स आप तक पहुंचे सबसे पहले। पिछले 14 महीनों से अपने ही खून पसीने की कमाई के लिए बैंक के चक्कर काटने और बैंक प्रबंधन की मिन्नतें करने वाले खाताधारकों की उम्मीद अब टूटती जा रही है, जिसका परिणाम ये हुआ कि बैंक के खाताधारक रजत बाली की ओर से जैसे ही बैंक के बाहर धरना देना शुरू किया गया, देखते ही देखते अन्य खाताधारक भी उसके साथ आ मिले, जिन्होंने अपना रोष प्रदर्शित भी किया और विवशता दिखाते हुए कहा कि पिछले 14 महीनों से वे पैसे निकलवाने के लिए धक्के खा रहे हैं, परंतु उन्हें उनके पैसे नहीं मिल रहे हैं। उन्होंने कहा कि पिछले 14 महीने से जो भी दुख सुख की स्थिति उनके घरों में आई है, बिना पैसों के ही उन्हें पार करनी पड़ी है और ऊपर से कोविड-19 के चलते जो आर्थिक मंदी की स्थिति लोगों को झेलनी पड़ रही है, वो तो वैसे ही बर्दाश्त के बाहर है। उन्होंने कहा कि ऐसे में बैंक उन्हें झांसे पे झांसे दिया जा रहा है और जो उन्होंने पिछले दिनों 70 लोगों को डेपुटेशन पर भेजने की बात कही थी, उन्हें भी अभी तक डेपुटेशन पर नहीं भेजा गया है, जिससे स्थिति साफ है कि बैंक की हालत बद से बदतर है और स्थिति पूरी तरह से बेकाबू हो चुकी है। सर 2019 पिछले साल मार्च ਦੇ ਵਿੱਚ बैंक बंद हो गया है। 14-15 महीने हो गए सर, हर एक डिपॉजिटर ਨੂੰ 25,000 ਤੋਂ ਉੱਪਰ ਕਢਾਉਣ ਦਾ ਹਜੇ ਤੱਕ ਮੌਕਾ ਨਹੀਂ ਮਿਲਿਆ। ਕੋਵਿਡ ਦਾ ਸਰ ਟਾਈਮ ਚੱਲ ਰਿਹਾ ਹੈਗਾ, 3 ਮਹੀਨੇ ਹੋ ਗਏ ਆ, ਸਾਰੀ 90% ਜਨਤਾ ਵਿਹਲੀ ਬੈਠੀ ਹੈ, ਠੀਕ ਹੈ। ਤੇ ਇਹ ਸਰ ਇਹਨਾਂ ਨੂੰ 14 ਮਹੀਨੇ ਹੋ ਗਏ ਆ, 14 ਮਹੀਨਿਆਂ 'ਚ ਇਹਨਾਂ ਨੂੰ 14 ਮਹੀਨੇ ਦੀ ਤਨਖਾਹ ਮਿਲੀ ਹੈ, ਵਿਹਲੇ ਬਹਿ ਕੇ ਬੈਂਕ ਬੰਦ ਪਿਆ ਹੈਗਾ। ਕਿਉਂ? ਪੈਸੇ ਸਾਡੇ ਬੈਂਕ ਬੰਦ ਹੋਣ 'ਤੇ ਵੀ ਤੁਸੀਂ ਉਹਨਾਂ ਨੂੰ ਤਨਖਾਹਾਂ ਦੇਣ ਦੇ, ਕਿਉਂ ਦੇਣ ਦੇ? ਪੈਸੇ ਤਾਂ ਸਾਡੇ ਆ ਨਾ ਸਰ। ਆ ਜਿਹੜੀ ਜਨਤਾ ਬੈਠੀ ਹੈ ਨਾ, ਇਹ ਕੋਈ ਆਮ ਆਦਮੀ ਨਹੀਂ ਹੈਗੇ, ਕਿਸੇ 10-10 ਲੱਖ ਰੁਪਇਆ ਪਿਆ ਇਹਨਾਂ ਦਾ, 5-5 ਲੱਖ ਰੁਪਇਆ ਪਿਆ ਆ, ਠੀਕ ਹੈ ਸਰ। ਅਸੀਂ ਆਪਣੇ ਪੈਸੇ ਮੰਗਣ ਲਈ ਭਿਖਾਰੀਆਂ ਵਾਂਗੂ ਬੈਂਕ ਦੇ ਬਾਹਰ ਬੈਠੇ, ਜਿੱਦਾਂ ਮੰਦਰਾਂ ਦੇ ਬਾਹਰ ਭਿਖਾਰੀ ਬੈਠੇ ਹੁੰਦੇ ਆ, ਠੀਕ ਨਹੀਂ? ਅਸੀਂ ਤਾਂ ਪੈਸੇ ਲੈਣ ਆਏ ਦੇ ਆ, ਠੀਕ ਹੈ, ਤੇ ਅਸੀਂ ਪੈਸੇ ਲੈ ਕੇ ਜਾਣਾ ਆ। 14 ਮਹੀਨਿਆਂ ਤੋਂ ਚੱਲਣ ਡਿਆ, ਪ੍ਰਯਾਸ ਨੂੰ ਕੀ ਕਰਨਾ ਸਰ। 70 ਬੰਦੇ ਹੱਲੇ ਇਹਨਾਂ ਨੇ ਭੇਜੇ ਨਹੀਂ ਹੈਗੇ, ਉਹਨਾਂ ਨੂੰ ਰਿਲੀਵਿੰਗ ਲੈਟਰ ਨਹੀਂ ਮਿਲੇਦਾ ਹੈਗਾ। ਉਹ ਸਿਰਫ ਇੱਕ ਨਿਊਜ਼ ਸੀਗੀ ਜਿਹੜੀ ਵਾਇਰਲ ਹੋਈ, ਇਹਨਾਂ ਨੇ ਰੌਲਾ ਪਾਇਆ, ਸਟੇ ਲਿਆ, ਖਤਮ ਹੋ ਗਿਆ ਕੰਮ। ਅਜੇ ਵੀ ਬੰਦੇ ਇੱਥੇ ਹੀ ਹੈਗੇ ਆ, ਪੁੱਛ ਕੇ ਵੇਖ ਲਓ ਭਾਵੇਂ ਉਹਨਾਂ ਨੂੰ ਕਿ ਬੰਦੇ ਤੁਸੀਂ ਭੇਜੇ ਕਿ ਨਹੀਂ ਭੇਜੇ ਹੈਗੇ। ਅੰਦਰ ਪੁੱਛ ਲਓ, ਅੰਦਰ ਬੈਠੇ ਭਾਈ ਸਾਹਿਬ, ਕਿ ਅਜੇ ਵੀ ਨਹੀਂ ਉਹਨਾਂ ਨੂੰ ਭੇਜਿਆ ਹੈਗਾ। ਕਿਉਂ ਨਹੀਂ ਭੇਜਿਆ ਤੁਸੀਂ, ਜਦ ਤੁਹਾਨੂੰ 6 ਤਰੀਕ ਦਾ 5 ਤਰੀਕ ਦਾ ਲੈਟਰ ਆ ਗਿਆ ਹੈਗਾ। ਮੰਗ ਹੈਗੀ ਆ ਕਿ ਸਾਡੇ ਪੈਸੇ ਮੁੜੋ ਜਿਹੜੇ ਅਸੀਂ ਜਮ੍ਹਾਂ ਕਰਾਏ ਦੇ ਆ। ਕੋਈ ਬੰਦਾ ਪੈਸੇ ਜਮ੍ਹਾਂ ਕਰਦਾ ਕਿ ਮਾੜੇ ਟਾਈਮ ਕੰਮ ਆਉਣ, ਇਹ ਕੰਮ ਹੀ ਨਹੀਂ ਆਉਣ ਡੇ। ਅਸੀਂ ਵੇਖੋ ਹਾਂ ਸੜਕਾਂ 'ਤੇ ਬੈਠੇ, ਠੀਕ ਹੈ ਨਾ, ਕੋਈ ਬੋਰੀ ਵਿਛਾ ਕੇ ਬੈਠਾ, ਕੋਈ ਵਿਚਾਰਾ ਗੱਤੇ ਥੱਲੇ ਬੈਠਾ, ਕੋਈ ਕਿੱਦਾਂ। ਸਰ 15 ਤਰੀਕ ਨੂੰ ਤੁਸੀਂ ਬੈਂਕ ਦੀ ਗੱਲ ਕਰ ਰਹੇ ਹੋ, ਮੈਂ CM ਸਾਹਿਬ ਨੂੰ ਮੇਲ ਕੀਤੇ ਦੀ ਹੈ, ਤੁਸੀਂ ਮੇਰਾ ਮੇਲ ID ਚੈੱਕ ਕਰ ਸਕਦੇ ਹੋ। CM ਸਾਹਿਬ, DGP ਸਾਹਿਬ, ਠੀਕ ਹੈ, DC ਸਾਹਿਬ ਨੂੰ, MLA ਸਾਹਿਬ ਨੂੰ ਮੈਂ 15 ਤਰੀਕ ਨੂੰ ਜਾਂ 16 ਤਰੀਕ ਨੂੰ ਐਗਜ਼ੈਕਟ ਮੈਨੂੰ ਪਤਾ ਕਿ ਮੈਂ ਮੇਲ ਕੀਤੇ ਦੀ ਹੈ ਵਿਕਟਿਮ ਕੋਆਪਰੇਟਿਵ ਬੈਂਕ ਵੱਲੋਂ ਕਿ ਮੈਂ 18 ਤਰੀਕ ਨੂੰ ਧਰਨਾ ਲਾਣਾ ਹੈ, ਠੀਕ ਹੈ। ਫਿਰ ਵੀ ਅੱਜ ਸਵੇਰੇ 8 ਵਜੇ ਦੇ ਇੱਥੇ ਪੁਲਿਸ ਵਾਲੇ ਫਿਰਨ ਡੇ ਆ ਕਿ ਸਾਡਾ ਧਰਨਾ ਨਾ ਹੋਣ ਦਿੱਤਾ ਜਾਵੇ। ਉਹਦਾ ਰੀਜ਼ਨ ਕੀ ਹੈ ਸਾਨੂੰ ਨਹੀਂ ਪਤਾ, ਅਸੀਂ ਤਾਂ ਆਪਣੇ ਪੈਸੇ ਲੈਣ ਆਣ ਡੇ, ਅਸੀਂ ਕੋਈ ਵੋਟ ਥੋੜ੍ਹੀ ਮੰਗਣ ਡੇ, ਠੀਕ ਹੈ। ਧਰਨਾ ਸਰ ਮੈਨੂੰ ਦੇਖੋ ਤੁਹਾਡੇ ਸਾਹਮਣੇ ਬੈਠੇ ਤੇ ਕਾਫੀ ਜਨਤਾ ਬੈਠੀ ਆ, ਬਟ ਮੇਰਾ ਧਰਨਾ ਜਾਰੀ ਰਹੇਗਾ ਜਦ ਤੱਕ ਮੇਰੇ ਪੈਸੇ ਨਹੀਂ ਮਿਲਦੇ। ਉਹ ਹੁਣ MLA ਸਾਹਿਬ ਪੈਸੇ ਦਿਵਾਉਣ, DC ਸਾਹਿਬ ਦਿਵਾਉਣ, SSP ਸਾਹਿਬ ਦਿਵਾਉਣ, ਕੋਈ ਵੀ ਦਵਾਵੇ, ਸਾਨੂੰ ਸਰ ਸਾਡੇ ਪੈਸੇ ਦਾ ਮਤਲਬ ਆ, ਸਾਨੂੰ ਪੈਸੇ ਦਿੱਤੇ ਜਾਣਗੇ ਤੇ ਅਸੀਂ ਉੱਠਣਾ ਆ ਇੱਥੋਂ। ਸਰ ਸਾਡੀ ਫੈਮਿਲੀ ਦਾ ਪੂਰਾ 15-16 ਲੱਖ ਰੁਪਇਆ ਹੈਗਾ। ਆਪਣਾ ਮਹੀਨਿਆਂ ਤੋਂ ਇਹ ਬੈਂਕ ਜਿਹੜਾ ਬੰਦ ਹੈ, ਕੋਈ ਇਹਨਾਂ ਨੇ ਇੰਟੀਮੇਸ਼ਨ ਨਹੀਂ ਦਿੱਤੀ ਕਿਸੇ ਵੀ ਤਰ੍ਹਾਂ ਦੀ, ਨਾ ਇਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਸਟਮਰ ਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਸਹੂਲਤ ਦਿੱਤੀ ਜਾ ਰਹੀ ਹੈ। ਉਲਟਾ ਕਸਟਮਰ ਨੂੰ ਪਰੇਸ਼ਾਨੀ ਵਿੱਚ ਪਾਇਆ ਹੋਇਆ ਪਿਛਲੇ 14 ਮਹੀਨਿਆਂ ਤੋਂ। ਸਾਰੇ ਜਿੰਨੇ ਵੀ ਇੱਥੇ ਬੰਦੇ ਆ, ਸਾਰਿਆਂ ਦਾ ਕਾਫੀ ਪੈਸਾ ਇੱਥੇ ਫਸਿਆ ਹੋਇਆ, ਜਿਹੜਾ ਇਹਨਾਂ ਨੇ ਸਿਰਫ 25,000 ਰੁਪਇਆ ਐਜ਼ ਏ ਤੁਸੀਂ ਲਗਾ ਲਓ ਕਿ ਕਸਟਮਰ ਨੂੰ ਸਹੂਲਤ ਦਿੱਤੀ ਹੈ ਪਿਛਲੇ 14 ਮਹੀਨਿਆਂ ਤੋਂ। ਲੋਕਡਾਊਨ ਦਾ ਟਾਈਮ ਹੈ, ਤੁਹਾਨੂੰ ਪਤਾ ਹੀ ਹੈ ਕੀ ਇਸ ਵੇਲੇ ਹਾਲਾਤ ਹੈਗੇ ਆ ਸਾਡੇ ਬਿਜ਼ਨਸ ਦੇ, ਕੰਮਾਂ ਕਾਰਾਂ, ਤੁਹਾਨੂੰ ਪਤਾ ਹੀ ਸਭ ਵਿਹਲੇ ਬੈਠੇ ਇਸ ਵੇਲੇ, ਅਤੇ ਬੈਂਕ ਵੱਲੋਂ ਸਾਡੀ ਕੋਈ ਪੁੱਛ ਮੰਗ ਨਹੀਂ ਹੈ। ਬੈਂਕ ਦੇ ਸਰ ਦੇਖੋ ਇਹਨਾਂ ਦੀਆਂ ਆਪਣੀਆਂ ਗਲਤੀਆਂ ਹੈਗੀਆਂ, ਇਹਨਾਂ ਦੇ ਡਾਇਰੈਕਟਰ ਜੋ ਇਹਨਾਂ ਦੇ ਬੈਠੇ ਦੇ ਅੰਦਰ ਅਫਸਰ ਬੈਠੇ ਦੇ ਜਿਨ੍ਹਾਂ ਨੇ ਗਲਤ ਲੋਨ ਪਾਸ ਕੀਤੇ। ਮੰਗ ਇਹ ਪਹਿਲੇ ਸਾਡੀ ਸਭ ਤੋਂ ਵੱਡੀ ਮੰਗ ਇਹੀ ਹੈ ਜੀ ਕਿ ਸਭ ਤੋਂ ਪਹਿਲੇ ਸਾਡੇ ਪੈਸੇ ਵਾਪਸ ਕੀਤੇ ਜਾਣ। ਜਿਹੜੇ ਇੱਥੇ ਧੋਖੇਬਾਜ਼ ਇਹਨਾਂ ਦੇ ਅਫਸਰ ਬੈਠੇ ਹੋਏ ਆ, ਇਹਨਾਂ ਦਾ ਕੋਈ ਨਾ ਕੋਈ ਇਹਨਾਂ ਨੂੰ ਜੇਲ੍ਹ ਕੀਤੀ ਜਾਏ ਤਾਂ ਕਿ ਇੱਕ ਅੱਛਾ ਉਦਾਹਰਨ ਪੇਸ਼ ਕੀਤਾ ਜਾਏ ਸਾਰੀ ਜਨਤਾ ਦੇ ਸਾਹਮਣੇ। ਬਲਦੇਵ ਦੇ 12 ਦਿਨ ਰਹੀ ਦਾਖਲ ਸੈਨਗੜ੍ਹ, ਉਸ ਤੋਂ ਬਾਅਦ ਉਹਨੂੰ ਲੁਧਿਆਣੇ ਲੈ ਗਏ DMC, ਉੱਥੇ 10 ਦਿਨ ਰਹੀ, 5.5 ਹਜ਼ਾਰ ਦਾ ਟੀਕਾ ਉਹਦੇ ਪੇਟ 'ਚ ਲੱਗਦਾ ਰਿਹਾ। ਮੈਂ ਇਹਨਾਂ ਨੂੰ ਆਣ ਕੇ ਰਿਕੁਐਸਟ ਕੀਤੀ, MLA ਸਾਹਿਬ ਕੋਲ ਵੀ ਗਈ,
ਮੈਂ ਕਿਹਾ ਮੇਰੇ ਬੈਂਕ 'ਚ ਪੈਸੇ ਹੈਗੇ ਆ 6-7 ਲੱਖ ਰੁਪਈਆ, ਕੁੜੀ ਮੈਂ ਦੋਹਰੀ ਵਾਰੀ ਵਿਆਹੀ ਦੀ, ਉਹਨਾਂ ਦਾ ਕਾਰੋਬਾਰ ਕੋਈ ਨਹੀਂ, ਤੇ ਤੁਸੀਂ ਮੇਰੇ ਬੈਂਕ ਦੇ ਪੈਸੇ ਦਵਾ ਦਿਓ, ਮੇਰੀ ਕੁੜੀ ਤੇ ਬਚ ਜਾਏ। ਇਹਨਾਂ ਨੇ 2 ਦਿਨ ਦਾ ਟਾਈਮ ਲਿਆ। ਅਮਨ ਮਹਿਤੇ ਨੇ ਅੱਜ 20 ਦਿਨ ਹੋ ਗਏ ਆ, ਇੱਕ ਪੈਸਾ ਨਹੀਂ ਮੈਨੂੰ ਬੈਂਕ ਵੱਲੋਂ ਮਿਲਿਆ, ਤੇ ਕੁੜੀ ਤੇ ਹੁਣ ਤੱਕ 3.5 ਲੱਖ ਰੁਪਈਆ ਲੱਗ ਗਿਆ ਹੈ। ਹੁਣ ਕੁੜੀ ਜੰਮੂ ਹਸਪੀਟਲ ਦਾਖਲ ਹੈ, ਅੱਜ 4 ਦਿਨ ਹੋ ਗਏ ਆ। ਪਤਾ ਨਹੀਂ ਕੁੜੀ ਬਚਦੀ ਵੀ ਹੈ ਕਿ ਨਹੀਂ ਬਚਦੀ, ਪਰ ਬੈਂਕ ਦੇ ਪੈਸਿਆਂ ਨੂੰ ਮੈਂ ਮਗਰੋਂ ਕੀ ਕਰਾਂਗੀ? ਹੈ ਕੋਈ ਮੇਰਾ ਕੋਈ ਕਿ ਉਦੋਂ ਐਮਐਲਏ ਸਾਹਿਬ ਕੋਲ ਗਈ, ਉਹਨਾਂ ਨੇ ਮੇਰੇ ਸਾਹਮਣੇ ਹੀ ਮੇਰੇ ਬੈਠੇ ਦੇ ਹੀ ਇਹਨਾਂ ਨੂੰ ਫੋਨ ਕੀਤਾ ਮਹਿਤਾ ਸਾਹਿਬ ਨੂੰ। ਇਹ ਕਹਿੰਦੇ ਸਾਨੂੰ 2 ਦਿਨ ਦਾ ਟਾਈਮ ਦੇ ਦਿਓ। 2 ਦਿਨ ਦਾ ਟਾਈਮ ਲਿਆ ਤੇ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਇਹਨਾਂ ਦੇ ਪਿਓ ਨੇ ਵੀ ਦੇਣੇ ਪੈਸੇ। ਮਾਤਾ ਤੂੰ ਫਿਕਰ ਨਾ ਕਰ। ਮੈਂ ਕਿਹਾ ਸਾਰਾ ਡਾਕਟਰਾਂ ਦੇ ਬਿੱਲ ਦੇਖ ਲਓ, ਜਿਹੜੇ ਉਹਨਾਂ ਦੇ ਹੀ ਆ, ਦਵਾਈਆਂ ਟੀਕੇ, ਉਹ ਸਭ ਕੁਝ ਇਹਦੇ ਤੋਂ ਇਲਾਵਾ ਹੈ। ਤੁਸੀਂ ਦੱਸੋ ਮੈਂ ਕਿੱਥੋਂ ਕਰਾਂ? ਕਹਿੰਦੇ ਮਾਤਾ ਤੂੰ 4000 ਵੀ ਲੈ ਲੇਗਾ, ਤੂੰ 10000 ਵੀ ਲੈ ਲੇਗਾ। ਇਹਨਾਂ ਨੇ ਮੈਨੂੰ ਕੋਈ ਦਾਨ ਕੀਤਾ ਦਾ? ਵੀ ਜਾਂ ਦਾਨ ਕਰਨਾ ਇਹਨਾਂ ਨੇ ਸਾਨੂੰ? ਸਾਡੇ ਆਪਣੇ ਪੈਸੇ ਆ, ਗੱਲ ਸੁਣੋ, ਅਸੀਂ ਆਪਣੇ ਪੈਸੇ ਲੈਣ ਵਾਸਤੇ ਧੱਕੇ ਖਾਏ ਕਰਨੇ ਆ, ਔਰ ਇਹਨਾਂ ਦੇ ਮੁਲਾਜ਼ਮ ਜਿਹੜੇ ਉਹ ਐਸ਼ ਕਰਨ ਡਏ ਦੇ, ਅਸੀਂ ਧੱਕੇ ਖਾਣੇ ਪਏ ਆ। ਸਾਡੇ ਪੈਸਿਆਂ ਤੇ ਇਹਨਾਂ ਨੂੰ ਤਨਖਾਹਾਂ ਮਿਲਣ ਡਈ ਦੀਆਂ। 40-40 ਕਰੋੜ ਲੋਕਾਂ ਨੂੰ ਲੋਨ ਦੇ ਤਾਂ ਅਸੀਂ ਜੇ ਗਰੀਬ ਬੰਦੇ ਨੇ 50,000 ਲੋਨ ਲੈਣਾ ਹੋਏ ਨਾ 100 ਕਾਗਜ਼ਾਂ ਤੇ ਸਾਈਨ ਕਰਾਉਂਦੇ ਆ। ਉਹਨਾਂ ਨੂੰ ਹੁਣ ਕਿਉਂ ਨਹੀਂ ਫੜ ਸਕਦੇ? ਕੁਛ ਵੀ ਨਹੀਂ, ਇੱਥੇ ਹੀ ਬੈਠਾਂਗੀ ਧਰਨੇ ਤੇ, ਫਿਰ ਮਰਨਾ ਤੇ ਗੱਲ ਸੁਣ ਹੈ ਹੀ ਆ, ਇੱਕ ਦਿਨ ਤੇ ਮਰਨਾ ਹੀ ਆ। ਇੱਥੇ ਮਰ ਜਾਾਂਗੇ ਤਾਂ ਕੀ ਹੋਣਾ, ਫਿਰ ਕੀ ਆ? ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਮੈਂ ਤਾਂ ਇਸ ਮੁੰਡੇ ਨੂੰ ਕਹਿ ਦਿੱਤਾ ਹੈ ਵੀ ਮੈਂ ਤੇਰੇ ਨਾਲ, ਭਾਵੇਂ ਮੇਰੀ ਉਮਰ 73-74 ਸਾਲ ਹੈ, ਇਸ ਵੇਲੇ 74ਵਾਂ ਸਾਲ ਲੱਗਾ ਦਾ ਮੈਨੂੰ, पर मैं तेरे नाल तू जिसले कहेंगा मैं उसले तेरे को आके इत्थे बैठांगी। दूसरी तरफ हिंदू कोऑपरेटिव बैंक के सीईओ अमन मेहता ने कहा कि वे मानते हैं कि बैंक के खाताधारक परेशान हैं, परंतु बैंक की समस्या हल होने में अभी समय लगेगा। उन्होंने कहा कि 25 करोड़ के घाटे को कवर किया जा चुका है और आगे भी ये काम जल्दी हो जाता अगर बीच में कोविड-19 का दौर नहीं आता तो। उन्होंने कहा कि बैंक के खर्चों को कम करने के लिए और धारकों तक पैसा पहुंचाने के लिए ही उन्होंने अपने बैंक के 70 कर्मचारियों को डेपुटेशन पर भेजा है। देखो सर, इस तरह की डिपॉजिटर सही मायने ਦੇ ਵਿੱਚ ਪਰੇਸ਼ਾਨ ਤੇ ਹੈ ਹੀ ਹੈ, ਪਰ ਹੁਣ ਜਿਹੜੀ ਅਸੀਂ ਖਾਈ 'ਚ ਡਿੱਗ ਚੁੱਕੇ ਤੇ ਉੱਥੋਂ ਦੀ ਨਿਕਲਦੇ ਟਾਈਮ ਲੱਗਣਾ, ਉਹਦੇ 'ਚੋਂ ਆਪਾਂ ਨਿਕਲੇ ਵੀ ਗਏ ਹਾਂ। ਕਾਰਨ ਹੈ ਕਿ ਬੈਂਕ ਦਾ 31 ਮਾਰਚ 2019 ਨੂੰ 55 ਕਰੋੜ ਦਾ ਘਾਟਾ ਸੀਗਾ, ਜਿਹਦੇ 'ਚ ਬੈਂਕ ਨੇ ਜ਼ੋਰ ਲਾ ਕੇ ਰਿਕਵਰੀਆਂ ਵੀ ਕੀਤੀਆਂ, ਆਪਣਾ 25 ਕਰੋੜ ਦੇ ਲਗਭਗ ਘਾਟਾ ਵੀ ਘਟਾਇਆ। ਜਿਹੜੀ ਐਸਟੈਬਲਿਸ਼ਮੈਂਟ ਕੋਸਟ ਬਹੁਤ ਜ਼ਿਆਦਾ ਸੀ, ਜਿਹੜੀ ਭਰਤੀ ਜ਼ਿਆਦਾ ਦਾ ਬਾਰ-ਬਾਰ ਆਰੋਪ ਲੱਗ ਰਿਹਾ ਸੀ ਬੈਂਕ ਦੇ ਉੱਤੇ, ਉਹਦਾ ਵੀ ਭਾਰ ਪੰਜਾਬ ਗੌਰਮੈਂਟ ਨੇ ਚੁੱਕਿਆ। 25 ਬੰਦੇ ਪਹਿਲੇ ਮੁਲਾਜ਼ਮ ਤੇ ਭੇਜੇ, 70 ਹੋਰ ਜਾ ਰਹੇ ਆ, ਅੱਜ ਆਰਡਰ ਰਿਲੀਜ਼ ਹੋ ਰਹੇ ਆ। ਬੈਂਕ ਆਪਣਾ ਪ੍ਰਗਤੀ ਦੇ ਤੇ ਰਿਵਾਈਵਲ ਦੇ ਦਿਸ਼ਾ ਦੇ ਵਿੱਚ ਅਗਰਸਰ ਹੈਗਾ। ਸਾਡੀ ਸਪੀਡ ਨੂੰ ਥੋੜਾ ਜਿਹਾ ਧੱਕਾ ਤਾਂ ਲੱਗਾ ਕਿ 15 ਮਾਰਚ ਨੂੰ ਇੱਕ ਬੜੀ ਹਾਈ ਲੈਵਲ ਮੀਟਿੰਗ ਹੋਈ, ਜਿਹਦੇ 'ਚ ਅਸੀਂ ਬੜੀ ਜਲਦੀ ਰਿਕਵਰ ਕਰਨਾ ਸੀ, ਬੈਂਕ ਨੂੰ ਆਪਣੇ ਪੈਰਾਂ ਤੇ ਲੈ ਕੇ ਆਉਣਾ ਸੀਗਾ, ਬਟ ਡਿਊ ਟੂ ਕਰੋਨਾ ਸਾਰਾ ਕੁਛ ਹੀ ਸਟੈਂਡ ਸਟਿਲ ਹੋ ਗਿਆ। ਸਾਰੀਆਂ ਕੋਰਟਸ ਬੰਦ ਹੈ, ਸਾਰੇ ਆਫਿਸਿਸ ਸਕੈਲਟਨ ਸਟਾਫ ਨਾਲ ਕੰਮ ਕਰ ਰਹੇ ਆ। ਉਹ ਝਟਕਾ ਇੱਕ ਜਿਹੜਾ ਪਿਆ ਵਾ, ਉਹਦੇ ਨਾਲ ਸਾਨੂੰ ਥੋੜਾ ਜਿਹਾ ਹੀ ਪਿੱਛੇ ਆਏ ਆ, ਪਰ ਅਸੀਂ ਅੱਜ ਵੀ ਵਿਸ਼ਵਾਸ ਰੱਖਦੇ ਹਾਂ ਕਿ ਬੈਂਕ ਨੇ ਜਲਦੀ ਰਿਕਵਰ ਕਰ ਜਾਣਾ। ਇਸ ਵੇਲੇ ਪੂਰੀ ਪੰਜਾਬ ਗੌਰਮੈਂਟ ਬੈਂਕ ਨੂੰ ਰਿਵਾਈਵ ਕਰਨ ਦੇ ਲਈ ਪ੍ਰਯਾਸਰਤ ਹੈ। ਸਾਡੇ ਮਾਨਯੋਗ ਮੰਤਰੀ ਜੀ ਰੰਧਾਵਾ ਜੀ, ਸਾਡੇ ਐਮਐਲਏ ਸਾਹਿਬ ਜਿਨ੍ਹਾਂ ਨੇ ਵਿਧਾਨ ਸਭਾ 'ਚ ਵੀ ਇਹਦਾ ਪ੍ਰਸ਼ਨ ਉਠਾਇਆ ਸੀਗਾ, ਜਿਸ ਤੋਂ ਬਾਅਦ ਹੀ ਇਹ ਮੀਟਿੰਗ ਕੰਡਕਟ ਹੋਈ ਸੀਗੀ 14 ਮਾਰਚ ਨੂੰ ਪਠਾਨਕੋਟ ਦੇ ਵਿੱਚ। ਤੇ ਆਪਣੇ ਇਸ ਵੇਲੇ ਜਿਹੜਾ ਬੈਂਕ ਦੀ ਪੂਰੀ ਵਰਕਿੰਗ ਨੂੰ ਮੋਨੀਟਰ ਕਰ ਰਹੇ ਆ ਸਾਡੇ ਮਾਨਯੋਗ ਡੀਸੀ ਸਾਹਿਬ, ਤੇ ਉਹਨਾਂ ਦੀ ਯੋਗਿਆ ਕੁਸ਼ਲਤਾ ਦੇ ਅੰਦਰ ਅਸੀਂ ਬੜੀ ਜਲਦੀ ਹੀ ਰਿਕਵਰ ਕਰ ਜਾਣਾ। ਇਸ ਤਰ੍ਹਾਂ ਸਰ ਕਿ ਜਿਹੜੇ ਲੋਕਲ ਕੰਮ ਕਰ ਰਹੇ ਸੀਗੇ ਉਹਨਾਂ ਦੇ ਆਰਡਰ ਹੋਏ ਸੰਗਰੂਰ, ਮੋਗਾ, ਬੜੀ ਦੂਰ ਦੂਰ ਹੋਏ। ਕਰੋਨਾ ਟਾਈਮ ਚੱਲ ਰਿਹਾ ਸੀਗਾ, ਇੱਕ ਓਪਰਚੁਨਿਟੀ ਸਾਡਾ ਨੈਚੁਰਲ ਜਸਟਿਸ ਦੇ ਮੁਤਾਬਕ ਦੇਣਾ ਬੰਦਾ, ਉਹਨਾਂ ਦੀ ਗੱਲਬਾਤ ਸੁਣਨੀ ਬਣਦੀ ਸੀਗੀ। ਕਿਸੇ ਦੇ ਘਰ ਕੋਈ ਕੈਂਸਰ ਦਾ ਪੇਸ਼ੈਂਟ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਉਹ ਓਪਰਚੁਨਿਟੀ ਦੇ ਦਿੱਤੀ ਗਈ। ਉਹਨਾਂ ਦੇ ਜੋ ਗ੍ਰੀਵੈਂਸ ਸੀਗੇ ਉਹ ਮਾਨਯੋਗ ਐਮਐਲਏ ਸਾਹਿਬ ਤੱਕ ਵੀ ਪਹੁੰਚਾਏ ਗਏ, ਉਹਨਾਂ ਨਾਲ ਮੀਟਿੰਗ ਵੀ ਕਰਾ ਦਿੱਤੀ ਗਈ, ਡੀਸੀ ਸਾਹਿਬ ਨਾਲ ਵੀ ਮੀਟਿੰਗ ਕਰਾ ਦਿੱਤੀ ਗਈ। ਹੁਣ ਇਹਦੇ ਜਿਹੜੇ ਆਰਡਰ ਹੈ ਆਪਣੇ ਫਾਈਨਲ ਸਟੇਜ ਤੇ ਹੈਗੇ ਆ, ਇਹ ਐਗਜ਼ੀਕਿਊਟ ਹੋ ਜਾਣੇ ਆ, ਕਿਉਂਕਿ ਇਨ ਦਾ ਲਾਰਜਰ ਇੰਟਰਸਟ ਆਫ ਦਾ ਬੈਂਕ ਇਹ ਐਗਜ਼ੀਕਿਊਟ ਕਰਨੇ ਹੀ ਪੈਣੇ ਆ। ਨੋ ਡਾਊਟ ਸਾਡੇ ਸਾਥੀ ਹੈ, ਸਾਨੂੰ ਬਹੁਤ ਦੁੱਖ ਹੈ ਕਿ ਆਪਣਾ ਹਿੱਸਾ ਹੀ ਸਾਨੂੰ ਕੱਟ ਕੇ ਬਾਹਰ ਭੇਜਣਾ ਪੈ ਰਿਹਾ, ਬੇਸ਼ੱਕ ਟੈਂਪਰੇਰੀਲੀ, ਬਟ ਬੈਂਕ ਦੇ ਰਿਵਾਈਵਲ ਲਈ ਇਹ ਜ਼ਰੂਰੀ ਹੈ। ਇਸ ਤੋਂ ਇਲਾਵਾ ਬੈਂਕ ਕੋਲ ਕੋਈ ਚਾਰਾ ਨਹੀਂ ਹੈਗਾ। ਦੇਖੋ ਸਰ, ਇਸ ਤਰ੍ਹਾਂ ਕਿ ਜੋ ਵੀ ਰਿਲੀਫ ਆ ਰਹੀ ਹੈ ਉਹ ਸਾਡੀ ਮਰਜ਼ੀ ਮੁਤਾਬਕ ਨਹੀਂ, ਉਹ ਰਿਜ਼ਰਵ ਬੈਂਕ ਦਾ ਜਿਹੜਾ ਸਰਕੂਲਰ ਹੈ, ਜਿਹੜੀਆਂ ਉਹਨਾਂ ਨੇ ਕੰਡੀਸ਼ਨਸ ਲਗਾਈਆਂ ਉਹਦੇ ਮੁਤਾਬਕ ਹੀ ਹੈ। ਉਹਦੇ 'ਚ ਆਲਰੇਡੀ ਪੈਸੇ ਜਿੰਨੇ ਕੁ ਬਣਦੇ ਸੀਗੇ ਸਰਕੂਲਰ ਦੇ ਵਿੱਚ ਉਹ ਵਿਚਾਰੇ ਲੈ ਚੁੱਕੇ ਆ, ਉਹ ਆਪਣਾ ਵਿਡਰਾ ਵੀ ਕਰ ਚੁੱਕੇ, ਹਾਰਡਸ਼ਿਪ ਦੇ ਵੀ ਕਢਾ ਚੁੱਕੇ। ਹੁਣ ਜਿਸ ਪਰਪਸ ਲਈ ਉਹ ਕਹਿ ਰਹੇ ਉਹਦੇ ਲਈ ਅਸੀਂ ਆਥੋਰਾਈਜ਼ਡ ਨਹੀਂ ਹੈਗੇ ਕਿ ਉਹਦੇ 'ਚ ਪੈਸੇ ਰਿਲੀਜ਼ ਕਰ ਸਕੀਏ। ਸਾਡੇ ਲਈ ਥੋੜਾ ਜਿਹਾ ਟੈਕਨੀਕਲ ਇਸ਼ੂ ਹੋਣ ਕਰਕੇ ਆਪਾਂ ਹੈਲਪ ਨਹੀਂ ਕਰ ਪਾ ਰਹੇ। ਸਾਨੂੰ ਪੂਰਾ ਉਹਨਾਂ ਨਾਲ ਹਮਦਰਦੀ ਹੈ, ਅਸੀਂ ਸਮਝਦੇ ਉਹਨਾਂ ਦਾ ਦਰਦ, ਪਰ ਅਸੀਂ ਵਿਵਸ਼ ਹਾਂ ਕਿ ਕਾਨੂੰਨ ਦੇ ਨਾਲ ਬੱਝੇ ਦੇ ਹਾਂ।